ਜਿਹੜੇ ਕੈਂਸਰ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਕਿ ਅਗਰ ਤੁਹਾਨੂੰ ਕਦੀ ਕੈਂਸਰ ਹੋ ਜਾਏ ਤੁਸੀਂ ਕੀਮੋਥੈਰੇਪੀ ਕਰਾਓਗੇ ਤਾਂ 55% ਜਿਹੜੇ oncologist ਹੈ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਕੀਮੋਥੈਰੇਪੀ ਨਹੀਂ ਕਰਾਵਾਂਗੇ। ਨਹੀਂ ਕਰਾਂਗੇ ਜੀ। ਅਮਰੀਕਾ ਦਾ ਕੈਂਸਰ ਇੰਸਟੀਚਿਊਟ ਜਿਹੜਾ ਉਹਦਾ ਸੀਨੀਅਰ ਸਾਇੰਟਿਸਟ ਹੈ ਇੱਕ, ਉਸ ਬੰਦੇ ਦੀ ਵੀਡੀਓ ਵੀ ਮੇਰੇ ਕੋਲ ਪਈ ਕਿਤੇ ਸ਼ੇਅਰ ਕਰਾਂਗੇ ਆਪਾਂ। ਉਸ ਵਿਅਕਤੀ ਨੂੰ ਸਵਾਲ ਕੀਤਾ ਗਿਆ ਕਿ ਅਗਰ ਤੈਨੂੰ ਜਾਂ ਤੇਰੀ ਫੈਮਿਲੀ ਦੇ ਕਿਸੇ ਮੈਂਬਰ ਨੂੰ ਅਗਰ ਕੈਂਸਰ ਹੋ ਜਾਂਦਾ ਹੈ ਤਾਂ ਕੀ ਤੁਸੀਂ ਕੀਮੋਥੈਰੇਪੀ ਕਰਾਓਗੇ ਜੀ ਜਾਂ ਕੀ ਕਰੋਗੇ? ਉਹਦਾ ਜਵਾਬ ਇਹ ਸੀ, ਬਹੁਤ ਕਲੀਅਰ ਕੱਟ ਜਵਾਬ ਸੀ ਕਿ ਮੈਂ ਕੀਮੋਥੈਰੇਪੀ ਕਦੀ ਵੀ ਨਹੀਂ ਕਰਵਾਉਂਗਾ, ਨਾ ਹੀ ਮੈਂ ਇਹ ਦਵਾਈਆਂ ਖਾਊਂਗਾ, ਮੈਂ ਕੋਈ ਨਾ ਕੋਈ ਹੋਰ ਤਰੀਕਾ ਲੱਭੂਗਾ, ਕੋਈ ਕੁਦਰਤੀ ਤਰੀਕਾ ਲੱਭੂਗਾ ਇਹਨੂੰ ਠੀਕ ਕਰਨ ਦਾ। ਜੀ ਤਾਂ ਇਹ ਜਾਣਕਾਰੀ ਸਾਡੇ ਲਈ ਇੰਨੀ ਸ਼ੌਕਿੰਗ ਹੈ। ਜਿਵੇਂ ਆਪਾਂ ਕੋਲੈਸਟਰੋਲ ਵਾਲੇ ਚ ਸਾਂਝੀ ਕੀਤੀ ਸੀ ਗੱਲ, ਤੇ ਜਿਹੜੇ ਬੰਦੇ ਨੇ ਦਵਾਈ ਦੀ ਖੋਜ ਕੀਤੀ ਜਦੋਂ ਉਹਦਾ ਕੋਲੈਸਟਰੋਲ ਵਧਿਆ ਉਹ ਦਵਾਈ ਨਹੀਂ ਖਾ ਰਿਹਾ ਜੀ ਕਿਉਂਕਿ ਉਹਨੂੰ ਪਤਾ ਹੈ ਕਿ ਇਸ ਦਵਾਈ ਦੇ ਸਾਈਡ ਇਫੈਕਟ ਜੀ। ਤੇ ਕੈਂਸਰ ਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਸਾਈਡ ਇਫੈਕਟ ਇੰਨੇ ਜ਼ਿਆਦਾ ਨੇ, ਤੁਸੀਂ ਦੇਖੇ ਹੋਣੇ ਕੈਂਸਰ ਪੇਸ਼ੈਂਟ ਜਦੋਂ ਕੀਮੋਥੈਰੇਪੀ ਹੁੰਦੀ ਹੈ, ਰੇਡੀਏਸ਼ਨ ਹੁੰਦੀ ਹੈ, ਬਾਲ ਝੜ ਜਾਂਦੇ ਨੇ, ਬੁਰੀ ਹਾਲਤ ਹੋ ਜਾਂਦੀ ਹੈ ਪੇਸ਼ੈਂਟ ਦੀ, ਇਮਿਊਨਿਟੀ ਬਿਲਕੁਲ ਲੋ ਹੋ ਜਾਂਦੀ ਹੈ ਕਿਉਂਕਿ ਰੇਡੀਏਸ਼ਨ ਜਾਂ ਕੀਮੋਥੈਰੇਪੀ ਨਾਲ ਕੇਵਲ ਕੈਂਸਰ ਸੈੱਲ ਹੀ ਨਹੀਂ ਮਰਦੇ, ਬੋਡੀ ਦੇ ਦੂਸਰੇ ਸੈੱਲ ਵੀ ਡੈਮੇਜ। ਜੀ 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 ਇਸ ਕਰਕੇ ਬਜਾਏ ਇਸ ਦੇ ਕਿ ਅਸੀਂ ਪਹਿਲਾਂ ਕੈਂਸਰ ਹੋਣ ਦਾ ਇੰਤਜ਼ਾਰ ਕਰੀਏ, ਪਹਿਲਾਂ ਇਹ ਮੌਕਾ ਦਈਏ ਕਿ ਸਾਨੂੰ ਇਹ ਬਿਮਾਰੀ ਹੋ ਜਾਏ, ਫਿਰ ਅਸੀਂ ਉਹ ਟ੍ਰੀਟਮੈਂਟ ਕਰਵਾਈਏ ਜਿਹੜਾ ਟ੍ਰੀਟਮੈਂਟ ਮਤਲਬ ਇੱਕ ਰਿਸਰਚ ਇਹ ਵੀ ਦੱਸਦੀ ਹੈ ਜੀ ਕਿ ਕੈਂਸਰ ਨਾਲ ਕਿਸੇ ਵਿਅਕਤੀ ਦੀ ਮੌਤ ਜਿਹੜੀ ਹੈ, ਮਤਲਬ ਕੋਈ ਵਿਅਕਤੀ ਕੈਂਸਰ ਨਾਲ ਲੰਬਾ ਸਮਾਂ ਜਿੰਦਾ ਰਹਿ ਸਕਦਾ, ਲੇਕਿਨ ਜਦੋਂ ਟ੍ਰੀਟਮੈਂਟ ਸ਼ੁਰੂ ਕਰਦਾ ਹੈ ਉਹ ਕੈਂਸਰ ਦਾ ਉਹਦੀ ਮੌਤ ਜਲਦੀ ਹੋ ਜਾਂਦੀ ਜੀ। ਮਤਲਬ ਕੈਂਸਰ ਦੇ ਮਾਮਲੇ ਇਹ ਗੱਲ ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਕੈਂਸਰ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਪੇਸ਼ੈਂਟ ਦੀ ਲਾਈਫ ਨੂੰ ਛੋਟਾ ਕਰ ਦਿੰਦਾ। ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਜੀ। ਤਾਂ ਇਹ ਗੱਲ ਮਤ ਸਮਝੀਏ ਆਪਾਂ, ਸਾਨੂੰ ਇਸ ਗੱਲ ਨੂੰ ਜਾਣ ਕੇ ਅਵੇਸਲੇ ਨਹੀਂ ਹੋ ਜਾਣਾ ਚਾਹੀਦਾ। ਇਹਦੇ ਚ ਕਿਹੜੀ ਗੱਲ ਹੈ ਜੀ, ਕੈਂਸਰ ਦਾ ਟ੍ਰੀਟਮੈਂਟ ਦਾ ਵੱਡੇ ਵੱਡੇ ਕੈਂਸਰ ਹਸਪੀਟਲ ਖੁੱਲੇ ਹੋਏ ਨੇ, ਫਿਰ ਕੀ ਹੋਇਆ ਜੇ ਸਾਨੂੰ ਹੋ ਗਿਆ ਆਪਾਂ ਕਰਾ ਲਾਂਗੇ ਇਲਾਜ। ਤਾਂ ਇਸ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਆਪਣੇ ਲਾਈਫ ਸਟਾਈਲ ਨੂੰ ਇਹੋ ਜਿਹਾ ਬਣਾਈਏ ਤਾਂ ਕਿ ਇਹ ਬਿਮਾਰੀ ਸਾਡੇ ਨੇੜੇ ਹੀ ਨਾ ਆਵੇ, ਸਾਡੇ ਆਸ-ਪਾਸ ਹੀ ਨਾ ਫਸੇ ਜੀ। ਤਾਂ ਇਹਦੇ ਲਈ ਇੱਕ ਕਾਰਨ ਹੋਰ ਹੁੰਦਾ ਹੈ ਜੀ। ਉਹ ਕਾਰਨ ਆਪਾਂ ਉਹਨੂੰ ਸਾਇੰਟਿਫਿਕਲੀ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ। ਪਹਿਲਾਂ ਮੈਂ ਇਸ ਗੱਲ ਤੇ ਕਿਸੇ ਦਾ ਵੀ ਕਮੈਂਟ ਹੋ ਸਕਦਾ ਕਿ ਇਹ ਤਾਂ ਐਵੇਂ ਗੱਲਾਂ ਨੇ ਜੀ। ਮਤਲਬ ਆਪਾਂ ਦੇਖਦੇ ਹਾਂ ਕਿ ਸੜਕ ਦੇ ਕੰਢੇ ਇੱਕ ਕੁੱਤਾ ਮਰਿਆ ਹੁੰਦਾ ਜੀ। ਅਗਰ ਉਹਨੂੰ ਉੱਥੋਂ ਨਹੀਂ ਚੱਕਿਆ ਜਾਂਦਾ ਤਾਂ ਕੁਝ ਸਮੇਂ ਬਾਅਦ ਉਸ ਡੈਡ ਬੋਡੀ ਦੇ ਵਿੱਚ ਕੁਝ ਕੀੜੇ ਪੈ ਜਾਂਦੇ ਜੀ। ਹੁਣ ਅਗਰ ਕੋਈ ਬੰਦਾ ਇਹ ਕਹੇ ਬਈ ਇਹ ਕੀੜੇ ਨੇ ਜਿਹੜੇ ਇਹ ਕੁੱਤੇ ਦੀ ਮੌਤ ਦੀ ਵਜ੍ਹਾ ਨੇ ਤਾਂ ਇਹ ਗਲਤ ਹੋਏਗਾ ਜੀ। ਉਹਦੀ ਮੌਤ ਦੀ ਵਜ੍ਹਾ ਨਹੀਂ ਹੈਗੀ, ਉਹ ਤਾਂ ਉਸ ਗੰਦਗੀ ਨੂੰ ਸਾਫ਼ ਕਰਨੇ ਨੇਚਰ ਦਾ ਇੱਕ ਸਿਸਟਮ ਹੈ। ਅਗਰ ਤੁਸੀਂ ਉਸ ਡੈਡ ਬੋਡੀ ਨੂੰ ਉੱਥੋਂ ਨਹੀਂ ਹਿਲਾਉਂਦੇ, ਨਹੀਂ ਚੱਕਦੇ ਤਾਂ ਤੁਸੀਂ ਦੇਖੋਗੇ ਪਹਿਲਾਂ ਇੱਕ ਅਲੱਗ ਤਰ੍ਹਾਂ ਦੇ ਵਾਰਮ ਪੈਦਾ ਹੋਣਗੇ, ਫਿਰ ਉਹ ਖਾਣਾ ਖਤਮ ਹੋ ਜਾਏਗਾ, ਫਿਰ ਉਹ ਵਾਰਮ ਮਰਨਗੇ, ਫਿਰ ਉਹ ਅਲੱਗ ਤਰ੍ਹਾਂ ਦੇ ਜੋ ਬੋਤਲ ਦੇ ਵਿੱਚ ਵਾਪਰੇ ਉਹੀ ਕੁਝ ਵਾਪਰਦਾ ਹਰ ਜਗ੍ਹਾ। ਜੀ ਜੀ ਜੀ। ਇੱਕ ਸਮਾਂ ਆਏਗਾ ਜਦੋਂ ਉੱਥੇ ਕੁਝ ਵੀ ਨਹੀਂ ਦਿਖੇਗਾ ਤੁਹਾਨੂੰ, ਸਾਰਾ ਖਤਮ ਹੋ ਚੁੱਕਾ ਹੈ। ਹਾਂ ਮਤਲਬ ਕੁਦਰਤ ਦਾ ਇਹ ਨਿਯਮ ਹੈ, ਇਹਨਾਂ ਪੰਜੇ ਤੱਤਾਂ ਤੋਂ ਪਦਾਰਥ ਬਣਦਾ ਤੇ ਫਿਰ ਇਹਨਾਂ ਦੇ ਵਿੱਚ ਹੀ ਵਿਲੀਨ ਹੋ ਜਾਂਦਾ, ਇਹਨਾਂ ਦੇ ਵਿੱਚ ਹੀ ਉਹ ਰਲ ਮਿਲ ਜਾਂਦਾ ਜੀ। ਤੇ ਦੂਸਰੀ ਜਿਹੜੀ ਵਜ੍ਹਾ ਹੈ, ਦੂਸਰਾ ਕਾਰਨ ਹੈ ਉਹ ਹੈ ਕਿ ਜਦੋਂ ਸਾਡੇ ਸਰੀਰ ਦੇ ਅੰਦਰ ਕਿਤੇ ਬਲੌਕੇਜ ਹੋ ਜਾਂਦੀ ਹੈ ਜੀ, ਅਸੀਂ ਸਿਰਫ ਬਲੌਕੇਜ ਨੂੰ ਇੰਨਾ ਕੀ ਜਾਣਦੇ ਆ ਕਿ ਜਦੋਂ ਬਲੌਕੇਜ ਹੁੰਦੀ ਹੈ ਜੀ ਉਦੋਂ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ, ਉਦੋਂ ਸਟੰਟ ਪਾਇਆ ਜਾਂਦਾ। ਅਸਲ 'ਚ ਬਲੌਕੇਜ ਜਿਹੜੀ ਹੈ ਇਹ ਹਾਰਟ ਨਾਲ ਸੰਬੰਧਿਤ ਉਦੋਂ ਹੁੰਦੀ ਜਦੋਂ ਦਿਲ ਨੂੰ ਜਿਸ ਨਾੜੀ ਰਾਹੀਂ ਖਾਣਾ ਜਾਂਦਾ ਜੋ ਉਹਦੇ 'ਚ ਬਲੌਕੇਜ ਜੀ। ਲੇਕਿਨ ਬਲੌਕੇਜ ਤਾਂ ਸਾਡੀ ਬੋਡੀ 'ਚ ਕਿਤੇ ਵੀ ਹੋ ਸਕਦੀ ਹੈ। ਜਦੋਂ ਇਹ ਹਾਰਟ ਦੇ ਨੇੜੇ ਹੁੰਦੀ ਹੈ ਉਦੋਂ ਹੀ ਹਾਰਟ ਨਾਲ ਸੰਬੰਧਿਤ ਬਿਮਾਰੀ ਬਣਦੀ ਹੈ। ਜਦੋਂ ਬੋਡੀ ਦੇ ਕਿਸੇ ਵੀ ਹਿੱਸੇ 'ਚ ਕਿਸੇ ਵੀ ਆਰਟਰੀ ਦੇ ਵਿੱਚ 100% ਬਲੌਕੇਜ ਹੋ ਜਾਂਦੀ ਹੈ ਤਾਂ ਸਾਡੀ ਬੋਡੀ ਦੇ ਅੰਦਰ ਇੱਕ ਸਿਸਟਮ ਹੈ ਬਣਿਆ ਹੋਇਆ ਜਿਹਨੂੰ ਅਸੀਂ
ਕਹਿੰਦੇ ਆ ਕੋਲੈਟਰਲ ਆਰਟਰੀ। ਜੀ ਸਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਇਹੋ ਜਿਹੀਆਂ ਵਾਧੂ ਨਾੜੀਆਂ ਹੁੰਦੀਆਂ ਨੇ ਜਿਹੜੀਆਂ ਐਮਰਜੈਂਸੀ ਸਟੱਪਣੀ ਵਾਂਗੂ ਕੰਮ ਆਉਂਦੀਆਂ ਨੇ, ਜੀ ਜਿਹਨੂੰ ਨੈਚੁਰਲ ਬਾਈਪਾਸ ਵੀ ਕਿਹਾ ਜਾਂਦਾ ਹੈ। ਤੇ ਮੈਡੀਕਲ ਸਾਇੰਸ ਵੀ ਮੰਨਦੀ ਹੈ ਇਸ ਗੱਲ ਨੂੰ ਕਿ ਨੈਚੁਰਲ ਬਾਈਪਾਸ ਨਾਮ ਦਾ ਇੱਕ ਸਿਸਟਮ ਬੋਡੀ ਦੇ ਅੰਦਰ ਹੁੰਦਾ ਹੈ। ਜਦੋਂ ਹੀ ਕਿਤੇ ਬਲੌਕੇਜ 100% ਹੋ ਜਾਂਦੀ ਹੈ ਤਾਂ ਜਾਂ ਤਾਂ ਬੋਡੀ ਕੋਲ ਪਹਿਲੇ ਕੋਈ ਨਾੜੀ ਵਾਧੂ ਪਈ ਹੁੰਦੀ ਉਹਨੂੰ ਖੋਲ ਲੈਂਦੀ ਹੈ, ਜੀ ਉਧਰੋਂ ਦੀ ਸਪਲਾਈ ਸ਼ੁਰੂ ਕਰ ਦਿੰਦੀ ਹੈ, ਤੇ ਜਾਂ ਬੋਡੀ ਇੱਕ ਨਵੀਂ ਆਰਟਰੀ ਪੈਦਾ ਕਰ ਲੈਂਦੀ ਹੈ, ਜੀ ਜਿਹਨੂੰ ਮੈਡੀਕਲ ਦੀ ਭਾਸ਼ਾ 'ਚ ਐਂਜੀਓਜੈਨੇਸਿਸ ਕਿਹਾ ਜਾਂਦਾ ਹੈ। ਜੀ ਸਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਖੂਨ ਦੀਆਂ ਨਾੜੀਆਂ ਰੋਜ਼ ਖਤਮ ਹੁੰਦੀਆਂ ਨੇ ਤੇ ਰੋਜ਼ ਨਵੀਆਂ ਬਣਦੀਆਂ। ਜੀ ਤਾਂ ਜਦੋਂ ਕਿਸੇ ਜਗ੍ਹਾ ਤੇ ਬਲੌਕੇਜ 100% ਹੋ ਜਾਂਦੀ ਹੈ ਤਾਂ ਜਿਸ ਜਗ੍ਹਾ ਤੇ ਬਲੌਕੇਜ ਹੁੰਦੀ ਉਸ ਤੋਂ ਅੱਗੇ ਜਿਹੜੇ ਸੈੱਲ ਹੁੰਦੇ ਨੇ ਜਿਨ੍ਹਾਂ ਨੂੰ ਉਸ ਨਾੜੀ ਰਾਹੀਂ ਸਪਲਾਈ ਜਾ ਰਹੀ ਹੁੰਦੀ ਹੈ ਉਹਨਾਂ ਨੂੰ ਸਪਲਾਈ ਜਾਣੀ ਬੰਦ ਹੋ ਜਾਂਦੀ ਹੈ। ਜੀ ਤਾਂ ਮੋਸਟਲੀ ਸਾਰੇ ਕੇਸਾਂ 'ਚ ਮੋਸਟਲੀ ਕੀ ਹੁੰਦਾ ਉਹ ਸੈੱਲ ਮਰਨਾ ਸ਼ੁਰੂ ਹੋ ਜਾਂਦਾ। ਹੁਣ ਕਿਉਂਕਿ ਮੰਨ ਲਓ ਤੁਹਾਡੇ ਬਾਂਹ ਦੇ ਇੱਕ ਹਿੱਸੇ 'ਚ ਬਲੌਕੇਜ ਹੋਈ ਹੈ, ਉੱਥੇ ਕੁਝ ਸੈੱਲ ਮਰ ਗਏ ਨੇ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹਦਾ, ਜੀ ਕੋਈ ਇਫੈਕਟ ਨਹੀਂ ਆਉਂਦਾ ਉਹਦਾ। ਹੋ ਸਕਦਾ ਉੱਥੇ ਨੀਲਾ ਜਿਹਾ ਦਾਗ ਬਣ ਜੇ ਜਾਂ ਕੋਈ ਹੋਰ ਛੋਟੀ ਮੋਟੀ ਦਿੱਕਤ ਆ ਜੇ, ਤੁਸੀਂ ਚੁੰਡੀ ਵੱਢੋ ਉੱਥੇ ਤੁਹਾਨੂੰ ਸੈਂਸੇਸ਼ਨ ਮਹਿਸੂਸ ਨਾ ਹੋਵੇ, ਤਾਂ ਬਹੁਤ ਵੱਡਾ ਤੁਹਾਨੂੰ ਸਿੰਪਟਮ ਨਹੀਂ ਆਏਗਾ। ਜੀ ਜਦੋਂ ਇਹ ਬਲੌਕੇਜ ਹੁੰਦੀ ਹੈ ਕੁਝ ਕੇਸਾਂ ਰੇਅਰ ਕੇਸ ਮਤਲਬ ਲੱਖਾਂ ਤੋਂ ਕਿਸੇ ਇੱਕ ਅੱਧੇ ਕੇਸ 'ਚ ਉਹ ਜਿਹੜੇ ਸੈੱਲ ਹੁੰਦੇ ਨੇ ਉਹ ਡਿਸਾਈਡ ਕਰ ਲੈਂਦੇ ਨੇ ਕਿ ਅਸੀਂ ਮਰਨਾ ਨਹੀਂ ਹੈ। ਉਹ ਇੱਕ ਯੂਨਿਟੀ ਬਣਾ ਲੈਂਦੇ ਨੇ, ਇੱਕ ਗੁੱਟ ਬਣਾ ਲੈਂਦੇ ਨੇ ਤੇ ਇਹ ਡਿਸਾਈਡ ਕਰਦੇ ਨੇ ਕਿ ਭਾਵੇਂ ਬਾਡੀ ਨੇ ਸਾਨੂੰ ਖੁਰਾਕ ਦੀ ਸਪਲਾਈ ਬੰਦ ਕਰ ਦਿੱਤੀ ਹੈ ਜੀ ਲੇਕਿਨ ਅਸੀਂ ਮਰਾਂਗੇ ਨਹੀਂ। ਜੀ ਜਦੋਂ ਇਹ ਡਿਸਾਈਡ ਕਰ ਲੈਂਦੇ ਨੇ ਤਾਂ ਫਿਰ ਉਹ ਇੱਕ ਚੋਰ ਰਸਤਾ ਬਣਾਉਂਦੇ ਨੇ। ਅੱਛਾ ਜੀ ਜਿੱਥੇ ਬਲੌਕੇਜ ਹੁੰਦੀ ਹੈ ਉਹ ਤੋਂ ਪਿਛਲੇ ਪਾਸੇ ਇੱਕ ਨਵਾਂ ਚੋਰ ਰਸਤਾ ਬਣਾ ਕੇ ਉੱਥੋਂ ਖੁਰਾਕ ਜਿਹੜੀ ਹੈ ਚੋਰੀ ਕਰਨਾ ਸ਼ੁਰੂ ਕਰ। ਜੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਟਫ ਤਾਂ ਨਹੀਂ ਹੈ ਨਾ, ਮਤਲਬ ਸਮਝ ਆ ਰਹੀ ਹੈ ਗੱਲ। ਇਹ ਮੈਨੂੰ ਲੱਗਦਾ ਸਰੋਤੇ ਸਮਝ ਰਹੇ ਹੋਣਗੇ। ਵੈਸੇ ਹਲੇ ਉਹਨਾਂ ਦਾ ਕੋਈ ਮੈਸੇਜ ਤਾਂ ਨਹੀਂ ਆਇਆ ਪਰ ਸੀਰੀਅਸ ਜਿਹੜਾ ਮੈਟਰ ਸਾਡਾ ਚੱਲ ਰਿਹਾ ਔਰ ਬੜੀਆਂ ਡੂੰਘਾਈ ਦੀਆਂ ਗੱਲਾਂ ਚੱਲ ਰਹੀਆਂ ਨੇ, ਤਕਰੀਬਨ ਸਾਡੇ ਸਰੋਤਿਆਂ ਨੂੰ ਸਮਝ ਆ ਰਹੀਆਂ ਹੋਣਗੀਆਂ। ਸਰੋਤੇ ਅਗਰ ਤੁਹਾਨੂੰ ਇਹ ਲੱਗਦਾ ਵੀ ਹੁੰਦਾ ਹੈ ਕਿ ਮੈਟਰ ਥੋੜਾ ਉਲਝ ਜੇ ਗਿਆ ਤਾਂ ਤੁਸੀਂ ਬਾਅਦ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਅਗਰ ਉਸ ਗੱਲ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਲੀਅਰ ਕਰ ਲਿਆ ਕਰੋ, ਕਿਉਂਕਿ ਤੁਹਾਡੀ ਸਮਝ ਦੇ ਵਿੱਚ ਇਹ ਹੋਣਾ ਲਾਜ਼ਮੀ ਹੈ ਕਿ ਕਿਸ ਬਿਮਾਰੀ ਦੇ ਲਈ ਤੁਸੀਂ ਜਾਣਕਾਰੀ ਲੈ ਰਹੇ ਹੋ ਉਸ ਦੇ ਲਈ ਪੂਰਾ ਅਵੇਅਰ ਹੋਣਾ ਤੁਹਾਡਾ ਲਾਜ਼ਮੀ ਹੈ। ਜੀ ਡਾਕਟਰ ਸਾਹਿਬ ਜੀ ਤਾਂ ਉਹ ਸੈੱਲ ਜਿਹੜੇ ਜਦੋਂ ਖੁਰਾਕ ਚੋਰੀ ਕਰਨਾ ਸ਼ੁਰੂ ਕਰਦੇ ਤਾਂ ਆਪਾਂ ਪੰਜਾਬੀ ਦੀ ਕਹਾਵਤ ਹੁੰਦੀ ਹੈ ਨਾ, ਚੋਰੀ ਦਾ ਮਾਲ ਲਾਠੀਆਂ ਦੇ ਗੱਜ। ਜੀ ਤਾਂ ਜਦੋਂ ਕੋਈ ਚੀਜ਼ ਚੋਰੀ ਕੀਤੀ ਜਾਂਦੀ ਹੈ ਹਾਂਜੀ ਤਾਂ ਉਹਦੀ ਕੋਈ ਸੀਮਾ ਨਹੀਂ ਰਹਿੰਦੀ। ਮਤਲਬ ਇਹਦੇ ਅਸੀਂ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਹਾਂ, ਮੰਨ ਲਓ ਇੱਕ ਸਟੂਡੈਂਟ ਹੈ ਯੂਨੀਵਰਸਿਟੀ ਦਾ, ਉਹਦਾ ਦਾਖਲਾ ਹੈ ਨਹੀਂ, ਉਹਦੇ ਕੋਲ ਪੈਸੇ, ਉਹਨੂੰ ਫੀਸ ਚਾਹੀਦੀ ਹੈ 10,000 ਰੁਪਏ। ਜੀ ਉਹ ਇੰਤਜ਼ਾਮ ਨਹੀਂ ਹੋ ਪਾ ਰਿਹਾ ਉਹਦੇ ਤੋਂ, ਉਹ ਬੈਂਕ ਲੁੱਟਣ ਦਾ ਫੈਸਲਾ ਕਰ ਲੈਂਦਾ। ਜੀ ਜਦੋਂ ਬੈਂਕਰ ਜਾਂਦਾ ਉਹ ਤਿਜੋਰੀ ਖੋਲਦਾ ਤਾਂ ਉੱਥੇ ਤਾਂ ਕਰੋੜਾਂ ਰੁਪਇਆ ਪਿਆ ਹੁੰਦਾ, ਤਾਂ ਉਹ 10,000 ਰੁਪਇਆ ਲੈ ਕੇ ਨਹੀਂ ਉੱਥੋਂ ਜਾਏਗਾ। ਹਾਂ ਜ਼ਿਆਦਾ ਚੱਕੇਗਾ ਜੀ, ਹੈ ਨਾ। ਵੀ ਮੇਰੀ ਲੋੜ ਤਾਂ 10,000 ਰੁਪਇਆ, ਮੈਂ 10,000 ਰੁਪਇਆ ਲੈ ਕੇ ਚਲਿਆ ਜਾਵਾਂ, ਕਿਉਂਕਿ ਉਸ ਵੇਲੇ ਉਹਨੂੰ ਇਹ ਹੋਊਗਾ ਵੀ ਇੰਨਾ ਪੈਸਾ ਪਿਆ, ਮੈਂ ਜਿੰਨਾ ਵੱਧ ਤੋਂ ਵੱਧ ਲੈ ਜਾ ਸਕਾਂ ਲੈ ਜਾਵਾਂ। ਤੇ ਸੈੱਲ ਜਿਹੜੇ ਆ ਜਦੋਂ ਚੋਰੀ ਕਰਦੇ ਨੇ ਖੁਰਾਕ ਤਾਂ ਉਹ ਬਹੁਤ ਬਲਕ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਇੱਕਦਮ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਜੀ ਜਾਂ ਵੱਧ ਖੁਰਾਕ ਲੈ ਕੇ ਤੇਜ਼ੀ ਨਾਲ ਗਰੋ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਸਾਡੇ ਸਰੀਰ ਦੇ ਅੰਦਰ ਜਿਹੜਾ ਸੈੱਲ ਬੋਡੀ ਦੇ ਸਿਸਟਮ ਤੋਂ ਹਟ ਕੇ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਉਸੇ ਨੂੰ ਕੈਂਸਰ ਸੈੱਲ ਕਿਹਾ ਜਾਂਦਾ। ਹੁਣ ਆਈ ਸਾਰਿਆਂ ਦੀ ਸਮਝ ਦੇ ਵਿੱਚ ਗੱਲ, ਹੁਣ ਕੈਂਸਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਲੀਅਰ ਹੋਇਆ ਜੀ। ਕਿਉਂਕਿ ਮਤਲਬ ਸਾਡੀ ਬੋਡੀ ਦੇ ਅੰਦਰ ਇੱਕ ਸਿਸਟਮ ਹੈ, ਹਰ ਸੈੱਲ ਦੀ ਗਰੋਥ ਕਿੰਨੇ ਸਮੇਂ 'ਚ ਹੋਣੀ ਹੈ, ਉਹਨੇ ਕਿੰਨੇ ਸਮੇਂ ਬਾਅਦ ਮਰਨਾ, ਕਿੰਨੇ ਸਮੇਂ ਬਾਅਦ ਨਵਾਂ ਸੈੱਲ ਬਣਨਾ, ਹਰ ਚੀਜ਼ ਦਾ ਇੱਕ ਸਿਸਟਮ ਹੈ ਜੀ। ਇਸ ਸਿਸਟਮ ਤੋਂ ਬਾਗੀ ਹੋ ਕੇ, ਇਸ ਸਿਸਟਮ ਤੋਂ ਬਾਹਰ ਜਾ ਕੇ ਜਦੋਂ ਕੋਈ ਸੈੱਲ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਉਸੇ ਨੂੰ ਕੈਂਸਰ ਸੈੱਲ ਕਿਹਾ ਜਾਂਦਾ ਜੀ। ਤਾਂ ਉਹ ਸੈੱਲ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦੇ ਨੇ, ਉਹ ਗੁੱਟ ਬਣਾ ਲੈਂਦੇ ਨੇ, ਇੱਕ ਟਿਊਮਰ ਦੀ ਸ਼ਕਲ ਬਣ ਜਾਂਦੀ ਹੈ। ਤੇ ਜਦੋਂ ਤੇਜ਼ੀ ਨਾਲ ਵਧਦੇ ਨੇ ਫਿਰ ਕੀ ਹੁੰਦਾ ਹੈ ਕਿ ਉੱਥੇ ਜਗ੍ਹਾ ਜਿਹੜੀ ਹੈ ਸਾਡੀ ਬੋਡੀ ਦੇ ਅੰਦਰ ਹੁਣ ਲਿਮਟਿਡ ਸਪੇਸ ਹੈ, ਕੋਈ ਖਾਲੀ ਪਲਾਟ ਤਾਂ ਹੈ ਨਹੀਂ ਜਿਹਦੇ ਮਰਜ਼ੀ ਜਿੱਥੇ ਮਕਾਨ ਬਣਾ ਲਿਆ ਜੀ। ਤਾਂ ਉੱਥੇ ਜਗ੍ਹਾ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹ ਤੇਜ਼ੀ ਨਾਲ ਵਧਦੇ ਨੇ ਜਗ੍ਹਾ ਟਾਈਟ ਹੁੰਦੀ ਹੈ ਤੇ ਫਿਰ ਦਰਦ ਹੁੰਦੀ ਹੈ, ਫਿਰ ਪੇਨ ਹੁੰਦੀ ਹੈ।
ਫਿਰ ਪੇਨ ਹੁੰਦੀ ਹੈ ਤੇ ਫਿਰ ਅਸੀਂ ਭੱਜਦੇ ਹਾਂ ਟ੍ਰੀਟਮੈਂਟ ਦੇ ਲਈ ਜੀ। ਹਾਂ, ਤੇਜ਼ ਪੇਨ ਹੁੰਦੀ ਹੈ। ਫਿਰ ਆਪਾਂ ਸਕੈਨ ਕਰਾਉਂਦੇ ਆ, ਫਿਰ ਆਪਾਂ ਨੂੰ ਪਤਾ ਲੱਗਦਾ ਇੱਥੇ ਟਿਊਮਰ ਹੈ ਜੀ। ਇਹ ਜਦੋਂ ਕੈਂਸਰ ਫਿਰ ਇੱਕ ਸਟੇਜ ਇਹੋ ਜਿਹੀ ਆਉਂਦੀ ਹੈ ਜੀ, ਜਦੋਂ ਉੱਥੇ ਜਗ੍ਹਾ ਘਟ ਜਾਂਦੀ ਹੈ ਤੇ ਉਹ ਸੈੱਲ ਵੀ ਔਖੇ ਹੋਣ ਲੱਗ ਪੈਂਦੇ ਨੇ। ਉਹਨਾਂ ਨੂੰ ਵੀ ਲੱਗਦਾ ਯਾਰ ਹੁਣ ਕੀ ਕਰੀਏ, ਇੱਥੇ ਤਾਂ ਵੱਧ ਨਹੀਂ ਹੋ ਪਾ ਰਿਹਾ। ਤੇ ਫਿਰ ਉਹ ਦੁਬਾਰਾ ਉੱਥੋਂ ਨਿਕਲ ਕੇ ਬਲੱਡ ਸਟ੍ਰੀਮ ਦਾਖਲ ਹੋ ਕੇ ਕਿਸੇ ਹੋਰ ਜਗ੍ਹਾ ਤੇ ਵਸਣ ਦੀ ਕੋਸ਼ਿਸ਼ ਕਰਦੇ, ਜਿਹਨੂੰ ਆਪਾਂ ਕਹਿੰਦੇ ਕੈਂਸਰ ਫੈਲਣਾ। ਜੀ, ਅਲੱਗ-ਅਲੱਗ ਜਗ੍ਹਾ ਤੇ ਕੈਂਸਰ ਫੈਲ ਗਿਆ, ਅਲੱਗ-ਅਲੱਗ ਅੰਗਾਂ 'ਚ ਕੈਂਸਰ। ਕਈ ਲੋਕਾਂ ਦੇ ਤਾਂ ਇੱਕ ਜਗ੍ਹਾ ਤੇ ਹੁੰਦਾ ਹੈ, ਕਈਆਂ ਦੇ ਫਿਰ ਜਦੋਂ ਟਿਊਮਰ ਨੂੰ ਆਪਰੇਟ ਕੀਤਾ ਜਾਂਦਾ ਹੈ ਜਾਂ ਰੇਡੀਏਸ਼ਨ ਵਗੈਰਾ ਕੀਤੀ ਦੇਖਿਆ ਜਾਂਦਾ ਕਿ ਫਿਰ ਕੈਂਸਰ ਪਹਿਲਾਂ ਫੇਫੜਿਆਂ 'ਚ ਸੀ, ਫਿਰ ਉਹ ਕਿਡਨੀ 'ਚ ਹੋ ਗਿਆ, ਲੀਵਰ 'ਚ ਹੋ ਗਿਆ, ਅਲੱਗ-ਅਲੱਗ ਜਗ੍ਹਾ ਤੇ ਫੈਲ ਗਿਆ ਜੀ। ਥੋੜਾ ਜਿਹਾ ਤੁਹਾਨੂੰ ਰੋਕੂੰਗੀ ਮੈਂ ਕਿਉਂਕਿ ਮੈਂ ਵੇਟ ਕਰ ਰਹੀ ਸੀ ਅਗਰ ਕਿਸੇ ਸਰੋਤੇ ਦਾ ਕੋਈ ਮੈਸੇਜ ਆਉਂਦਾ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ। ਬਟ ਇੱਥੇ ਇੱਕ ਮੇਰੇ ਦਿਮਾਗ 'ਚ ਸਵਾਲ ਬਣਿਆ, ਨਾਰਮਲ ਸਵਾਲ ਹੈ ਔਰ ਮੈਨੂੰ ਲੱਗਦਾ ਬਾਕੀ ਸਰੋਤਿਆਂ ਦੇ ਵੀ ਹੋਊਗਾ ਕਿਸੇ ਨਾ ਕਿਸੇ ਦਿਮਾਗ ਦੇ ਵਿੱਚ। ਫਿਰ ਇਹੀ ਜਿਹੜਾ ਕਹਿੰਦੇ ਕਿ ਜਦੋਂ ਬਹੁਤ ਸਾਰੀ ਇਹਨਾਂ ਦੀ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਸਟੇਜ ਤੇ ਇਹ ਖਤਰਨਾਕ ਬਣ ਜਾਂਦਾ ਫਿਰ ਸਾਨੂੰ ਪਤਾ ਲੱਗਦਾ, ਇਹੀ ਕਾਰਨ ਹੁੰਦੇ ਕਿ ਸਾਨੂੰ ਪਹਿਲੀ ਤੇ ਦੂਜੀ ਸਟੇਜ ਬਹੁਤ ਘੱਟ ਪਤਾ ਲੱਗਦਾ। ਰੇਅਰ ਹੀ ਹੈ, ਮੈਂ ਚਲੋ ਨਾਮ ਨਹੀਂ ਲੈਂਦੀ ਕਿਉਂਕਿ ਗਾਹੇ ਵਗਾਹੇ ਕਦੇ ਨਾ ਕਦੇ ਕੋਈ ਨਾ ਕੋਈ ਪ੍ਰੋਗਰਾਮ ਸੁਣ ਸਕਦਾ ਹੁੰਦਾ। ਮੇਰੇ ਇੱਕ ਬਹੁਤ ਹੀ ਅਜ਼ੀਜ਼ ਫਰੈਂਡ ਹੈ, ਉਹਨਾਂ ਨੂੰ ਕੁਝ ਸਿਸਟਮ ਜਿਹੜਾ ਆਪਣੀ ਬੋਡੀ ਦੇ ਵਿੱਚ ਇਹ ਲੱਗਿਆ ਕਿ ਉਸ ਦੀ ਬੋਡੀ ਦਾ ਜਿਵੇਂ ਕਹਿ ਦਈਏ ਕਿ ਆਪਾਂ ਕਹਿ ਦਈਏ ਕਿ ਫੁੱਲਣਾ ਜਾਂ ਵੇਟ, ਉਸ ਤੋਂ ਉਹਨੂੰ ਪਰ ਇਹ ਹੋਇਆ ਕਿ ਮੈਂ ਖਾ ਵੀ ਸਹੀ ਰਿਹਾ, ਖੁਰਾਕ ਵੀ ਮੇਰੀ ਪਹਿਲਾਂ ਨਾਲੋਂ ਵੱਧ ਹੈ ਪਰ ਮੇਰੇ ਸਰੀਰ ਨੂੰ ਲੱਗ ਨਹੀਂ ਰਹੀ। ਉਸਨੇ ਨਾਰਮਲੀ ਟੈਸਟ ਕਰਵਾਇਆ ਸੀ ਆਪਣੀ ਬੋਡੀ ਦਾ, ਅੱਜ ਤੋਂ ਮੈਨੂੰ ਲੱਗਦਾ ਹੋ ਗਿਆ ਸਾਲ। ਕੋਵਿਡ ਦੇ ਵਿੱਚ ਹੀ ਉਹਨੂੰ ਪ੍ਰੋਬਲਮ ਪਹਿਲਾਂ ਕੋਵਿਡ ਦੀ ਹੋਈ, ਕੋਵਿਡ ਤੋਂ ਠੀਕ ਹੋਇਆ ਥੋੜਾ ਜਿਹਾ ਤਾਂ ਉਸਨੂੰ ਲੱਗਿਆ ਕਿ ਕੋਵਿਡ ਤੋਂ ਬਾਅਦ ਮੈਂ ਤੰਦਰੁਸਤ ਹੋਣਾ ਸੀ ਬਟ ਮੈਂ ਵੀਕ ਹੋਈ ਜਾਂਦਾ। ਤੇ ਜਦੋਂ ਉਹਨੇ ਚੈੱਕਅਪ ਕਰਾਇਆ ਤਾਂ ਇੰਨਾ ਸ਼ੁਕਰ ਕਿ ਉਸਦੀ ਪਹਿਲੀ ਸਟੇਜ ਕੈਂਸਰ ਦੀ ਨਿਕਲੀ ਔਰ ਹੁਣ ਉਹਦਾ ਟ੍ਰੀਟਮੈਂਟ ਚੱਲ ਰਿਹਾ। ਹੈਵੀ ਟ੍ਰੀਟਮੈਂਟ ਤਾਂ ਨਹੀਂ ਹੈ, ਜਸਟ ਨਾਰਮਲ ਟ੍ਰੀਟਮੈਂਟ ਹੈ ਔਰ ਹੁਣ ਉਹਨੂੰ ਫਰਕ ਵੀ ਹੈ ਔਰ ਹੁਣ ਜਿਵੇਂ ਕਹਿ ਦਈਏ ਕਿ ਉਸਦੀ ਬੋਡੀ ਨੇ ਗਰੋ ਕਰਨਾ ਵੀ ਸ਼ੁਰੂ ਕਰ ਲਿਆ ਔਰ ਵੇਟ ਵੀ ਜਿਹੜਾ ਉਹ ਇਨਕਰੀਜ਼ ਹੋ ਗਿਆ। ਤੋ ਮੈਨੂੰ ਲੱਗਦਾ ਵੀ ਜਦੋਂ ਜਿਵੇਂ ਆਪਾਂ ਕਹਿੰਦੇ ਨੇ ਕਿ ਆਪਾਂ ਵੈਸੇ ਟ੍ਰੀਟਮੈਂਟ ਨਹੀਂ ਕਰਾਉਂਦੇ ਪਰ ਇੱਥੇ ਇੱਕ ਚੀਜ਼ ਹੁੰਦਾ ਜੇ ਬੋਡੀ ਦੇ ਵਿੱਚ ਕੁਝ ਲੱਗਦਾ ਕਿ ਕੁਝ ਸਾਡਾ ਐਕਸਟਰਾ ਹੋ ਰਿਹਾ ਹੈ ਜੋ ਨਹੀਂ ਹੋਣਾ ਚਾਹੀਦਾ, ਅਸੀਂ ਖੁਰਾਕ ਵੀ ਪ੍ਰੋਪਰ ਲੈ ਰਹੇ, ਐਕਸਰਸਾਈਜ਼ ਵੀ ਪ੍ਰੋਪਰ ਕਰ ਰਹੇ, ਫਿਰ ਵੀ ਸਾਡੀ ਬੋਡੀ 'ਚ ਕੋਈ ਸਿਸਟਮ ਹੈ ਤਾਂ ਫਿਰ ਉਹਨੇ ਉਹ ਚੈੱਕਅਪ ਦੇ ਵਿੱਚ ਉਸਨੂੰ ਇਹ ਫਸਟ ਸਟੇਜ ਜਿਹੜੀ ਉਹ ਸਾਹਮਣੇ ਆਈ ਜਿਸ ਦਾ ਹੁਣ ਟ੍ਰੀਟਮੈਂਟ ਕੰਟੀਨਿਊ ਆ। ਤਾਂ ਇਹੀ ਕਾਰਨ ਹੁੰਦੇ ਕਿ ਉਹ ਪਹਿਲੀ ਦੂਜੀ ਸਟੇਜ ਦੇ ਵਿੱਚ ਜ਼ਿਆਦਾ ਜਿਹੜੇ ਲੋਕ ਆ ਉਹ ਨਹੀਂ ਸਮਝ ਪਾਉਂਦੇ ਕਿ ਉਹਨਾਂ ਨੂੰ ਕੀ ਬਿਮਾਰੀ ਦੇ ਵਿੱਚ ਨੇ ਉਹ। ਬਿਲਕੁਲ ਜੀ। ਤੇ ਹੁਣ ਆਪਾਂ ਇਸ ਗੱਲ ਤੇ ਥੋੜਾ ਜਿਹਾ ਆਉਂਦੇ ਆ ਜੀ ਕਿ ਕੈਂਸਰ ਫੈਲਦਾ ਕਿਵੇਂ ਹੈ ਜੀ ਤੇ ਕਾਰਨ ਕੀ ਹੁੰਦੇ ਨੇ ਕਿ ਉਹ ਫੈਲਦਾ ਜੀ। ਜਦੋਂ ਉਹ ਸੈੱਲ ਬਲੱਡ ਦੇ ਵਿੱਚ ਵੀ ਹੋ ਕੇ ਦੁਬਾਰਾ ਕਿਸੇ ਹੋਰ ਆਰਗਨ ਕੋਲ ਜਾ ਕੇ ਜਾਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਉਹ ਵਸਣਾ ਸ਼ੁਰੂ ਕਰਦੇ ਨੇ ਤਾਂ ਉਦੋਂ ਸਾਡੀ ਬੋਡੀ ਦਾ ਸਿਗਨਲਿੰਗ ਸਿਸਟਮ ਕੰਮ ਕਰਦਾ। ਮਤਲਬ ਸੰਦੇਸ਼ੇ ਜਿਹੜੇ ਮਤਲਬ ਸੁਨੇਹੇ ਭੇਜਣ ਦਾ ਸਿਸਟਮ ਹੁੰਦਾ ਸਾਡੇ ਸਰੀਰ ਦੇ ਅੰਦਰ, ਸਿਗਨਲਿੰਗ ਸਿਸਟਮ ਨੂੰ ਆਪਾਂ ਕਹਿੰਦੇ ਆ। ਉਦੋਂ ਉਹਦਾ ਰੋਲ ਹੁੰਦਾ ਜੀ ਕਿਉਂਕਿ ਜਦੋਂ ਕੋਈ ਸੈੱਲ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਰਹਿਣ ਦੀ ਕੋਸ਼ਿਸ਼ ਕਰਦਾ ਤਾਂ ਉੱਥੋਂ ਇੱਕ ਮੈਸੇਜ ਜਾਂਦਾ ਹੈ ਜੀ ਕਿ ਤੁਹਾਡੇ ਇੱਥੋਂ ਕੁਝ ਸੈੱਲ ਆਏ ਨੇ, ਇੱਥੇ ਰਹਿ ਰਹੇ ਨੇ ਕਿ ਇਹਨਾਂ ਨੂੰ ਰਹਿਣ ਦਿੱਤਾ ਜਾਵੇ ਜਾਂ ਨਾ ਜੀ। ਹੁਣ ਇਸ ਗੱਲ ਨੂੰ ਸਮਝਣ ਲਈ ਆਪਾਂ ਇੱਕ ਛੋਟੀ ਜਿਹੀ ਉਦਾਹਰਨ ਲੈਂਦੇ ਹਾਂ। ਮੰਨ ਲਓ ਆਪਾਂ ਇੱਕ ਦੂਜੇ ਨੂੰ ਜਾਣਦੇ ਆ, ਕੱਲ ਨੂੰ ਤੁਹਾਡੇ ਘਰ ਸ਼ਾਮ ਨੂੰ ਤੁਹਾਡੇ ਘਰ ਦਾ ਦਰਵਾਜ਼ਾ ਖਟਖਟਾਉਂਦਾ ਕੋਈ, ਤੁਸੀਂ ਦੇਖਦੇ ਹੋ ਇੱਕ ਸਟ੍ਰੇਂਜਰ ਤੁਹਾਡੇ ਸਾਹਮਣੇ ਖੜਾ ਹੈ, ਇੱਕ ਅਣਜਾਣ ਵਿਅਕਤੀ ਜੀ, ਲੇਕਿਨ ਉਹ ਕਹਿੰਦਾ ਕਿ ਮੈਂ ਤੇਜਪਾਲ ਦਾ ਦੋਸਤ ਹਾਂ, ਮੈਨੂੰ ਇੱਥੇ ਹਨੇਰਾ ਹੋ ਗਿਆ ਸੀ, ਮੈਂ ਰਾਤ ਕੱਟਣੀ ਹੈ, ਮੇਰੇ ਕੋਲ ਹੋਟਲ 'ਚ ਰਹਿਣ ਜੋਗੇ ਵੀ ਪੈਸੇ ਨਹੀਂ ਤਾਂ ਮੈਂ ਤੇਜਪਾਲ ਜੀ ਨੇ ਮੈਨੂੰ ਤੁਹਾਡਾ ਐਡਰੈਸ ਦਿੱਤਾ ਸੀ, ਜੇ ਤੈਨੂੰ ਕੋਈ ਦਿੱਕਤ ਆਵੇ ਤਾਂ ਤੂੰ ਉੱਥੇ ਚਲਿਆ ਜੀ। ਹੁਣ ਤੁਸੀਂ ਮੈਨੂੰ ਤਾਂ ਜਾਣਦੇ ਹੋ, ਉਸ ਬੰਦੇ ਨੂੰ ਨਹੀਂ ਜਾਣਦੇ ਬਿਲਕੁਲ। ਤਾਂ ਤੁਸੀਂ ਇੱਕ ਕੋਸ਼ਿਸ਼ ਕਰੋਗੇ ਕਿ ਮੈਨੂੰ ਤੁਸੀਂ ਫੋਨ ਲਾ ਕੇ ਪੁੱਛਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਕੀ ਸੱਚਮੁੱਚ ਏਦਾਂ ਦਾ ਕੋਈ ਬੰਦਾ ਹੈਗਾ ਤੁਹਾਡਾ ਦੋਸਤ ਜੀ, ਕੀ ਤੁਸੀਂ ਸੱਚਮੁੱਚ ਕਿਸੇ ਨੂੰ ਮੇਰਾ ਪਤਾ ਦੇ ਕੇ ਭੇਜਿਆ ਜੀ। ਹੁਣ ਤੁਸੀਂ ਕਲਪਨਾ ਕਰੋ ਕਿ ਫੋਨ ਮੇਰਾ ਲੱਗ ਨਹੀਂ ਰਿਹਾ, ਉਹ ਆਊਟ ਆਫ ਕਵਰੇਜ ਆ ਰਿਹਾ ਜਾਂ ਆਊਟ ਆਫ ਰੇਂਜ ਆ ਰਿਹਾ, ਤੇ ਉਦੋਂ
ਜਦੋਂ ਹਨੇਰਾ ਹੋ ਚੁੱਕਿਆ, ਤੁਸੀਂ ਉਸ ਵਿਅਕਤੀ ਨੂੰ ਮਨਾ ਵੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੇ ਸੱਚਮੁੱਚ ਉਹ ਮੇਰਾ ਦੋਸਤ ਹੋਇਆ ਤਾਂ ਸਾਡਾ ਰਿਲੇਸ਼ਨ ਖਰਾਬ ਹੋਏਗਾ। ਤਾਂ ਤੁਸੀਂ, ਇਹ ਹੋ ਸਕਦਾ, ਕਾਫੀ ਸੰਭਾਵਨਾ ਹੈ ਕਿ ਤੁਸੀਂ ਉਹਨੂੰ ਅਲਾਓ ਕਰ ਦਿਓ ਕਿ ਠੀਕ ਹੈ ਜੀ, ਤੁਸੀਂ ਆਓ, ਰਹੋ, ਰੋਟੀ ਪਾਣੀ ਖਾਓ, ਕੋਈ ਗੱਲ ਨਹੀਂ। ਤੇ ਤੁਸੀਂ ਇਹ ਸੋਚੋ ਕਿ ਚਲੋ ਆਪਾਂ ਸਵੇਰੇ ਫੋਨ ਲਾ ਕੇ ਪਤਾ ਕਰ ਲਾਂਗੇ। ਜੀ ਬਿਲਕੁਲ ਠੀਕ ਹੈ। ਮਤਲਬ ਇਹ ਸਿਸਟਮ ਸਾਡੀ ਬਾਡੀ ਦੇ ਅੰਦਰ ਹੁੰਦਾ ਹੈ। ਉਹ ਮੈਸੇਜ ਜਿਹੜਾ ਜਾਣਾ ਹੈ ਕਿ ਇੱਥੋਂ ਕੁਝ ਸੈੱਲ ਆਏ ਨੇ, ਕਿ ਇਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇ ਕਿ ਨਾ। ਤਾਂ ਜੇ ਤਾਂ ਸਾਡਾ ਸਿਗਨਲਿੰਗ ਸਿਸਟਮ ਬਾਡੀ ਦਾ ਕੰਮ ਕਰ ਰਿਹਾ ਪ੍ਰੋਪਰਲੀ, ਫਿਰ ਤਾਂ ਮੈਸੇਜ ਆਏਗਾ ਕਿ ਨਹੀਂ ਨਹੀਂ, ਇਹ ਸੈੱਲ ਤਾਂ ਬਦਮਾਸ਼ ਸੈੱਲ ਨੇ ਜੀ, ਇਹ ਤਾਂ ਇੱਥੇ ਵੀ ਤੰਗ ਕਰ ਰਹੇ ਸੀ, ਉੱਥੇ ਵੀ ਤੰਗ ਕਰਨਗੇ, ਇਹਨਾਂ ਨੂੰ ਇੱਥੇ ਰਹਿ ਨਾ ਦਿਓ। ਤਾਂ ਸਾਡੀ ਇਮਿਊਨਿਟੀ ਜਿਹੜੀ ਹੈ ਉਹਨਾਂ ਸੈੱਲ ਨੂੰ ਮਾਰ ਦਿੰਦੀ ਹੈ, ਖਤਮ ਕਰਕੇ ਫਲਸ਼ ਆਊਟ ਕਰ। ਲੇਕਿਨ ਜੇ ਸਿਗਨਲ ਨਹੀਂ ਮਿਲ ਰਿਹਾ ਤਾਂ ਉਹ ਸੈੱਲ ਜਿਹੜੇ ਉੱਥੇ ਟਿਕਣ ਚ ਕਾਮਯਾਬ ਹੋ ਜਾਂਦੇ ਆ। ਤਾਂ ਹੁਣ ਇੱਕ ਗੱਲ ਜਿਹੜੀ ਆਪਾਂ ਸਮਝ ਗਏ ਵੀ ਸਾਡੇ ਸਰੀਰ ਦੇ ਵਿੱਚ ਕੈਂਸਰ ਦਾ ਫੈਲਣਾ ਇਸ ਗੱਲ ਤੇ ਨਿਰਭਰ ਕਰਦਾ ਕਿ ਸਾਡੀ ਬਾਡੀ ਦਾ ਸਿਗਨਲਿੰਗ ਸਿਸਟਮ ਮਜ਼ਬੂਤ ਹੈ ਕਿ ਨਹੀਂ। ਤੇ ਸਾਡਾ ਸਿਗਨਲਿੰਗ ਸਿਸਟਮ ਸਾਰਾ ਦਾ ਸਾਰਾ, ਜਿਹੜੀਆਂ ਸਾਡੀਆਂ ਆਰਟਰੀਜ਼ ਹੁੰਦੀਆਂ ਨੇ, ਖੂਨ ਵਾਲੀਆਂ ਨਾਲੀਆਂ ਦੀ ਜਿਹੜੀ ਇਨਰ ਲੇਅਰ ਹੁੰਦੀ ਹੈ, ਉਹਦੇ ਵਿੱਚ ਇੱਕ ਪਦਾਰਥ ਹੁੰਦਾ ਜਿਹਨੂੰ ਆਪਾਂ ਨਾਈਟ੍ਰਿਕ ਆਕਸਾਈਡ ਕਹਿੰਦੇ ਹਾਂ, ਉਹਦੇ ਰਾਹੀਂ ਚੱਲਦਾ ਸਾਰਾ ਸਿਗਨਲਿੰਗ ਸਿਸਟਮ। ਜੇਕਰ ਸਾਡੇ ਖਾਣੇ ਦੇ ਵਿੱਚ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਘੱਟ ਜਾਂਦੀ ਹੈ, ਜੇ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ, ਤਾਂ ਸਾਡਾ ਸਿਗਨਲਿੰਗ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਤਾਂ ਹੁਣ ਤੁਸੀਂ ਇਸ ਗੱਲ ਨੂੰ ਇਹ ਸਮਝ ਕੇ ਦੇਖੋ ਵੀ ਤੁਸੀਂ ਉਸ ਬੰਦੇ ਨੂੰ ਰਹਿਣ ਤਾਂ ਦੇ ਦਿੱਤਾ, ਲੇਕਿਨ ਮੇਰਾ ਫੋਨ ਰਾਤ ਨੂੰ ਨਹੀਂ ਲੱਗਿਆ, ਸਵੇਰੇ ਮੇਰੀ ਤੁਹਾਡੇ ਨਾਲ ਗੱਲ ਹੋ ਗਈ, ਫੋਨ ਲੱਗ ਗਿਆ, ਮੈਂ ਕਿਹਾ ਨਾ ਮੇਰਾ ਕੋਈ ਦੋਸਤ ਨਹੀਂ, ਇਹਨੂੰ ਭਜਾਓ, ਇਹ ਤਾਂ ਕੋਈ ਗਲਤ ਬੰਦਾ। ਤਾਂ ਸਾਡਾ ਮਸਲਾ ਹੱਲ ਹੋ ਗਿਆ। ਇਹ ਜਦੋਂ ਹੀ ਅਸੀਂ ਇੱਕ ਇਹੋ ਜਿਹੀ ਡਾਈਟ ਲੈਣਾ ਸ਼ੁਰੂ ਕਰਦੇ ਆ ਜਿਹਦੇ ਚ ਨਾਈਟ੍ਰਿਕ ਆਕਸਾਈਡ ਦੀ, ਜਿਹਦੇ ਨਾਲ ਪ੍ਰੋਡਕਸ਼ਨ ਇੱਕਦਮ ਵੱਧ ਜਾਂਦੀ ਹੈ, ਤਾਂ ਤੁਰੰਤ ਬਾਡੀ ਦਾ ਸਿਗਨਲਿੰਗ ਸਿਸਟਮ ਕੰਮ ਕਰਨਾ ਸ਼ੁਰੂ ਕਰ ਦਿੰਦਾ, ਤੇ ਕੈਂਸਰ ਜਿਹੜੀ ਹੈ ਉਹ ਫੈਲਣਾ ਬੰਦ ਹੋ ਜਾਂਦਾ। ਮਤਲਬ ਕੋਈ ਇਹੋ ਜਿਹਾ ਟ੍ਰੀਟਮੈਂਟ ਜਿਹੜਾ ਅਜੇ ਤੱਕ ਨਹੀਂ ਬਣਿਆ ਜਿਹਦੇ ਨਾਲ ਅਸੀਂ ਕੈਂਸਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫੈਲਣ ਤੋਂ ਰੋਕ ਸਕੀਏ। ਕੋਈ ਦਵਾਈ ਨਹੀਂ ਹੈ ਜੀ। ਉਸ ਟਿਊਮਰ ਨੂੰ ਕੱਟਿਆ ਜਾ ਸਕਦਾ, ਉਹਨੂੰ ਜਲਾਇਆ ਜਾ ਸਕਦਾ, ਉਹਨੂੰ ਕੱਟ ਕੇ ਆਪਰੇਟ ਕਰਕੇ ਬਾਹਰ ਕੱਢਿਆ ਜਾ ਸਕਦਾ, ਲੇਕਿਨ ਕੈਂਸਰ ਸੈੱਲ ਇੱਕ ਤੋਂ ਦੂਜੀ ਜਗ੍ਹਾ ਨਾ ਜਾਵੇ, ਉਹਦਾ ਇੰਤਜ਼ਾਮ ਸਾਡੀ ਬਾਡੀ ਹੀ ਕਰ ਸਕਦੀ। ਹੋਰ ਕੋਈ ਦਵਾ ਜਾਂ ਕੋਈ ਟ੍ਰੀਟਮੈਂਟ ਇਹ ਇਲਾਜ ਨਹੀਂ ਕਰ ਸਕਦਾ। ਤਾਂ ਇਹਦੇ ਲਈ ਜਦੋਂ ਹੀ ਅਸੀਂ ਇੱਕ ਚੰਗੀ ਡਾਈਟ ਲੈਣਾ ਸ਼ੁਰੂ ਕਰਦੇ ਆ, ਇੱਕ ਨਾਈਟ੍ਰਿਕ ਆਕਸਾਈਡ ਨਾਲ ਭਰਪੂਰ ਡਾਈਟ ਲੈਣਾ ਸ਼ੁਰੂ ਕਰਦੇ ਆ, ਦੋ ਕੰਮ ਹੁੰਦੇ ਨੇ। ਪਹਿਲਾ ਕੰਮ, ਕੈਂਸਰ ਫੈਲਣਾ ਬੰਦ ਹੋ ਜਾਂਦਾ। ਦੂਜਾ ਕੰਮ, ਉਹ ਜਿਹੜਾ ਚੋਰ ਰਸਤਾ ਬਣਾਇਆ ਸੀ ਉਹਨਾਂ ਸੈੱਲਾਂ ਨੇ, ਬਾਡੀ ਉਸ ਚੋਰ ਰਸਤੇ ਨੂੰ ਬੰਦ ਕਰ ਦਿੰਦੀ ਹੈ। ਜਦੋਂ ਚੋਰ ਰਸਤਾ ਬੰਦ ਹੋ ਗਿਆ ਤਾਂ ਖੁਰਾਕ ਉਹਨਾਂ ਨੂੰ ਮਿਲਣੀ ਬੰਦ ਹੋ ਗਈ, ਜਿਹੜੀ ਉਹ ਚੋਰੀ ਦੀ ਖੁਰਾਕ ਲੈ ਰਹੇ ਤਾਂ ਉਹ ਟਿਊਮਰ ਦੀ ਗਰੋਥ ਇੱਕਦਮ ਰੁਕ ਜਾਂਦੀ। ਇਸ ਕਰਕੇ ਜਿਹੜਾ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜੀ ਦਾ ਦਾਅਵਾ ਹੈ, ਸਾਡਾ ਜਿਹੜਾ ਡਾਈਟ ਹੈ, DIP ਡਾਈਟ ਹੈ, ਇਹਦੇ ਚ ਅਸੀਂ ਇਸ ਤਰ੍ਹਾਂ ਦਾ ਦਾਅਵਾ ਵੀ ਕਰਦੇ ਹਾਂ ਕਿ 72 ਘੰਟੇ ਦੇ ਅੰਦਰ ਤੁਹਾਡਾ ਜਿਹੜਾ ਟਿਊਮਰ ਹੈ ਉਹਦਾ ਸਾਈਜ਼ ਵੱਧਣੋਂ ਰੁਕ ਜਾਏਗਾ। ਵਿਦਿਨ 72 ਆਵਰ ਬਾਡੀ ਦਾ ਸਿਸਟਮ ਆਪਣੇ ਆਪ ਇੱਕਦਮ ਕੰਮ ਕਰਨਾ ਸ਼ੁਰੂ। ਜਦੋਂ ਹੀ ਅਸੀਂ ਉਹਨੂੰ ਡਾਈਟ ਦਿੰਦੇ ਆ, ਤੁਰੰਤ ਬਾਡੀ ਦਾ ਸਿਸਟਮ ਕੰਮ ਕਰਨਾ ਸ਼ੁਰੂ ਕਰ ਤਾਂ ਜਦੋਂ ਉਹਦਾ ਟਿਊਮਰ ਦਾ ਸਾਈਜ਼ ਵਧਣੋਂ ਬੰਦ ਹੋ ਗਿਆ ਤੇ ਤੁਹਾਡੀ ਪੇਨ ਵੀ ਆਪਣੇ ਆਪ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਤੇ ਇੱਕ ਚੀਜ਼ ਅਸੀਂ ਮਤਲਬ ਅੱਜ ਦੇ ਸਮਝਾਂਗੇ ਕਿ ਸਾਡਾ ਸਰੀਰ ਜਿਸ ਚੀਜ਼ ਨੂੰ ਅੰਦਰ ਪੈਦਾ ਕਰ ਸਕਦਾ ਹੈ ਉਹਨੂੰ ਖਤਮ ਕਰਨ ਦੀ ਯੋਗਤਾ ਜਿਹਦੇ ਕੋਲ ਹੈਗੀ ਹੈ। ਜੇ ਬਾਡੀ ਦੇ ਅੰਦਰ ਟਿਊਮਰ ਪੈਦਾ ਕੀਤਾ ਤੇ ਉਹਨੂੰ ਖਤਮ ਵੀ ਬਾਡੀ ਕਰ ਸਕਦੀ। ਫਰਕ ਸਿਰਫ ਇੰਨਾ ਹੈ ਕਿ ਉਹਨੂੰ ਖਤਮ ਕਰਨ ਲਈ ਬਾਡੀ ਨੂੰ ਖਾਸ ਤਰ੍ਹਾਂ ਦੇ ਇਨਗਰੀਡੀਐਂਟ ਚਾਹੀਦੇ ਨੇ ਜਿਹੜੇ ਸਾਡੀ ਖੁਰਾਕ 'ਚ ਨਹੀਂ ਹੁੰਦੇ, ਜਿਹਦੇ ਕਰਕੇ ਬਾਡੀ ਨੂੰ ਖਤਮ ਨਹੀਂ ਕਰ ਪਾਉਂਦੀ। ਔਰ ਆਪਾਂ ਇੱਥੇ ਇੱਕ ਦੋ ਮੇਰੇ ਸਿਰਫ ਉਹਨਾਂ ਦੇ ਜਿੱਦਾਂ ਕੁਝ ਗੱਲ ਦੱਸੀ ਹੈ ਕਿ ਰਾਮ ਸਿੰਘ ਫੁੱਲੋਮੇਠੀ ਜੀ ਲਿਖਦੇ ਪਏ ਕਿ
ਕੁਝ ਪਿਛਲੇ ਵੀਕ ਇੱਕ ਕੈਂਸਰ ਪੇਸ਼ੈਂਟ ਲੇਡੀ ਦੀ ਮੌਤ ਹੋਈ ਉਹਨਾਂ ਦੇ ਪਿੰਡ, ਜੋ ਕਿ ਲਾਸਟ ਸਟੇਜ ਤੇ ਸੀਗੇ, ਔਰ ਜਿੱਥੇ ਡਾਕਟਰ ਵੀ ਕਹਿ ਦਿੰਦੇ ਆ ਕਿ ਹੁਣ ਕੋਈ ਇਲਾਜ ਨਹੀਂ, ਸਿਰਫ ਅਸੀਂ ਕੋਸ਼ਿਸ਼ ਕਰ ਸਕਦੇ ਕਿ ਜਿੰਨਾ ਸਮਾਂ ਤੱਕ ਅਸੀਂ ਇਹਨਾਂ ਨੂੰ ਰੱਖ ਸਕੀਏ। ਸੋ ਇਕਬਾਲ ਜੀ ਦਾ ਵੀ ਮੈਸੇਜ ਆਇਆ ਕਿ ਮੇਰੇ ਵੀ ਕੋਈ ਰਿਸ਼ਤੇਦਾਰ ਹੈਗੇ ਨੇ ਹਨਾ, ਤਾਂ ਉਹਨਾਂ ਨੂੰ ਵੀ ਸੇਮ ਪ੍ਰੋਬਲਮ ਹੈ ਔਰ ਲਾਸਟ ਸਟੇਜ ਹੈ ਉਹਨਾਂ ਦੀ। ਅਸੀਂ ਜਿਵੇਂ ਕਿ ਗੱਲ ਕਰ ਰਹੇ ਸੀ, ਇਹਦੇ ਵਿੱਚ ਔਰਤਾਂ ਦੀ ਗੱਲ ਆਈ ਹੈ ਡਾਕਟਰ ਸਾਹਿਬ, ਤਾਂ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਵੀ ਇਹ ਸਵਾਲ ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ, ਕਿਉਂਕਿ ਮੇਰੇ ਪਿੰਡ ਦੇ ਵਿੱਚ ਅੱਜ ਤੋਂ 20-22 ਸਾਲ, ਮਤਲਬ ਤੁਸੀਂ ਲਾ ਲਓ ਵੀ 30-35 ਸਾਲ ਦੀ ਗੱਲ ਹੈ। ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ, ਸਾਡੇ ਵੀ ਇੱਕ ਗੁਆਂਢ ਦੇ ਵਿੱਚ ਕਿਸੇ ਨੂੰ ਇਹ ਸਿਸਟਮ ਹੋਇਆ ਸੀ। ਸਾਡਾ ਪਿੰਡ ਉਦੋਂ ਉਸ ਮਤਲਬ ਉਹ ਸਾਡੀ ਚਾਚੀ ਲੱਗਦੀ ਆ, ਉਹ ਉਸਨੂੰ ਮਿਲਣ ਆਉਂਦਾ ਸੀ, ਵੀ ਦੇਖਣ ਆਉਂਦਾ ਸੀ, ਜਿਵੇਂ ਮਤਲਬ ਕੀ ਹੈ ਤੂੰ, ਜਿਵੇਂ ਕੋਈ ਨਵੀਂ ਵੈਰਾਈਟੀ ਆ ਗਈ ਹੈ ਕਿ ਇਸ ਨੂੰ ਕੈਂਸਰ ਹੋਇਆ। ਅੱਜ ਤਾਂ ਸਾਡੇ ਇਹ ਨਾਰਮਲੀ ਚੀਜ਼ ਹੋ ਗਈ ਹੈ ਨਾ ਵੀ ਕੈਂਸਰ, ਬਸ ਏਦਾਂ। ਉਦੋਂ ਇਹ ਫਲਾਨਿਆਂ ਦੀ ਭਾਈ ਵੋਟੀ ਨੂੰ ਕੈਂਸਰ ਹੋਇਆ, ਤੇ ਉਸਨੂੰ ਕੈਂਸਰ ਜਿਹੜਾ ਸੀ ਬ੍ਰੈਸਟ ਦੇ ਵਿੱਚ ਸੀ, ਤਾਂ ਉਸ ਇੱਕ ਸਾਈਡ ਬ੍ਰੈਸਟ ਹੈ ਜਿਹੜੀ ਉਹ ਰਿਮੂਵ ਕੀਤੀ ਗਈ ਸੀਗੀ, ਜਿਸ ਦੇ ਕਰਕੇ ਵੀ ਉਹ ਕਾਫੀ ਸਾਲ ਮੇਬੀ ਹੁਣ ਵੀ ਉਹ ਬਜ਼ੁਰਗ ਨੇ, ਜਿਉਂਦੇ ਜਾਗਦੇ ਨੇ, ਤੰਦਰੁਸਤ ਨੇ। ਤਾਂ ਉਦੋਂ ਸੁਭਾਵਿਕ ਸੀਗਾ ਵੀ ਜੇ ਕਿਸੇ ਦਾ ਕੋਈ ਅੰਗ ਹੈ ਜਿਹੜਾ ਉਹ ਰਿਮੂਵ ਹੁੰਦਾ ਸੀ, ਖਾਸ ਕਰ ਸਾਡੇ ਵੂਮਨਸ ਦੇ ਵਿੱਚ ਸਾਨੂੰ 2 ਜਿਹੜੇ ਕੈਂਸਰ ਉਹ ਹੁੰਦੇ ਆ, ਸਾਨੂੰ ਸਿਸਟਮ ਉਹਦਾ ਹੁੰਦਾ ਹੈ ਕਿ ਸਾਡੇ, ਜੇ ਗੱਲ ਕਰੀਏ ਕਿ ਇੱਕ ਬ੍ਰੈਸਟ ਕੈਂਸਰ ਹੁੰਦਾ ਹੈ, ਇੱਕ ਸਾਡੇ ਹਨਾ ਬੱਚੇਦਾਨੀ ਦਾ ਕੈਂਸਰ ਜਿਹਨੂੰ ਅਸੀਂ ਕਹਿੰਦੇ ਆ, ਇੱਥੇ ਕਹਿ ਦਿੰਦੇ ਕਿ ਲੇਡੀਜ਼ ਦੇ ਵਿੱਚੋਂ ਜੇ ਰਿਮੂਵ ਕਰ ਦਿੰਦੇ ਆ ਤਾਂ ਉਸਦਾ ਖਾਤਮਾ ਜਿਹੜਾ ਉਹ ਕਨਫਰਮ ਹੋ ਜਾਂਦਾ ਕਿ ਹੋ ਗਿਆ। ਬਟ ਇਹ ਮੈਂ ਤਾਂ ਦੇਖੋ ਮੇਰੀ ਛੋਟੀ ਸੋਚ ਹੈ, ਮੈਂ ਜਿੰਨਾ ਆਲੇ ਦੁਆਲੇ ਤੋਂ ਸੁਣਦੀ ਹਾਂ ਜਾਂ ਕੁਝ ਪੜ੍ਹਦੀ ਹਾਂ ਮੈਂ ਉਸਦੇ ਮੁਤਾਬਿਕ ਗੱਲ ਕਰੂੰਗੀ। ਤੁਸੀਂ ਡਾਕਟਰ ਹੋ, ਇਸ ਤੇ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰਿਓ ਕਿ ਇਹ ਕੁਝ ਸਮਾਂ ਸੀ ਕਿ ਇਸ ਦਾ ਇਲਾਜ ਹੈ ਜਿਹੜਾ ਉਹ ਇਸ ਇਹਨਾਂ ਅੰਗਾਂ ਨੂੰ ਰਿਮੂਵ ਕਰਕੇ ਸੰਭਾਵਿਕ ਸੀਗਾ ਕਿ ਹਾਂਜੀ ਹੁਣ ਇਹ ਵਧੂਗਾ ਨਹੀਂ। ਪਰ ਡਾਕਟਰ ਸਾਹਿਬ ਅੱਜ ਦੇਖ ਰਹੇ ਹਾਂ ਕਿ ਉਹੀ ਬ੍ਰੈਸਟ ਰਿਮੂਵ ਹੋ ਰਹੀ ਹੈ, ਉਹੀ ਬੱਚੇਦਾਨੀ ਰਿਮੂਵ ਹੋ ਰਹੀ ਹੈ, ਫਿਰ ਵੀ ਉਸ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਿਸਟਮ ਹੈ ਜਿਹੜਾ ਇਹੋ ਜਿਹਾ ਹੁੰਦਾ ਹੈ ਕਿ ਡਾਕਟਰ ਫਿਰ ਦੱਸਦੇ ਆ ਕਿ ਕੈਂਸਰ ਫਿਰ ਤੋਂ ਜਿਹੜਾ ਹੈ ਕੀ ਹੈ ਜੀ, ਹੋਰ ਜਗ੍ਹਾ ਤੇ ਹੋ ਜਾਂਦਾ, ਹੋਰ ਜਗ੍ਹਾ ਤੇ ਹੁੰਦਾ ਜੀ। ਮਤਲਬ ਇਹ ਆਪਾਂ ਦੇਖੋ ਬਹੁਤ ਸਿੰਪਲ ਜੀ ਗੱਲ ਹੈ, ਬਹੁਤ ਸਾਦਾ ਜੀ ਗੱਲ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਬਈ ਇੱਕ ਹਾਥੀ ਜੀ ਦਾ ਜੀਵਨ ਕਾਲ ਅੱਜ ਤੋਂ 500 ਸਾਲ ਪਹਿਲਾਂ ਜਿੰਨਾ ਸੀ ਓਨਾ ਹੀ ਹੈ ਅੱਜ ਵੀ, ਲੇਕਿਨ ਇਨਸਾਨ ਦਾ ਜੀਵਨ ਕਾਲ ਭਾਵੇਂ ਮੈਡੀਕਲ ਸਾਇੰਸ ਦਾਅਵੇ ਕਰੀ ਜਾਂਦੀ ਹੈ ਕਿ ਅਸੀਂ ਐਵਰੇਜ ਲਾਈਫ ਨੂੰ ਵਧਾ ਦਿੱਤਾ ਜੀ, ਪਰ ਉਹ ਜਿਹੜਾ ਵਾਧਾ ਐਵਰੇਜ ਲਾਈਫ ਦੇ ਵਿੱਚ ਵੀ ਬੰਦੇ ਨੇ ਮਰ ਜਾਣਾ 60 ਸਾਲ ਦੀ ਉਮਰ 'ਚ, ਦੇਖੋ ਅਸੀਂ 70 ਸਾਲ ਤੱਕ ਜਿੰਦਾ ਰੱਖਿਆ, ਗੋਲੀਆਂ ਗਲੂਕੋਜ਼ ਲਾ ਕੇ ਦਵਾਈਆਂ ਲਾ ਕੇ, ਉਹ ਕਾਹਦਾ ਵੱਧਦਾ ਉਹ ਐਵਰੇਜ ਲਾਈਫ ਨਹੀਂ ਗਿਣੀ ਜਾ ਸਕਦੀ। ਇਨਸਾਨ ਦੀ ਐਵਰੇਜ ਲਾਈਫ ਜਿਹੜੀ ਘਟੀ ਹੈ ਕਾਰਨ ਇੱਕੋ ਹੀ ਹੈ ਵੀ ਹਾਥੀ ਜੋ 500 ਸਾਲ ਪਹਿਲਾਂ ਖਾਂਦਾ ਸੀ ਅੱਜ ਵੀ ਉਹੀ ਕੁਛ ਖਾਂਦਾ ਜੀ, ਲੇਕਿਨ ਇਨਸਾਨ ਨੇ ਆਪਣੀ ਡਾਈਟ ਨੂੰ ਇੰਨੀ ਬੁਰੀ ਤਰ੍ਹਾਂ ਨਾਸ਼ ਮਾਰਿਆ, ਇਹਦਾ ਇੰਨੀ ਬੁਰੀ ਤਰ੍ਹਾਂ ਇਹਨੂੰ ਮੋਡੀਫਾਈ ਕੀਤਾ ਹੈ ਕਿ ਮਤਲਬ ਖਾਣਾ ਜਿਹੜਾ ਅਸੀਂ ਖਾ ਰਹੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਖਾਣਾ ਹੈ ਹੀ ਨਹੀਂ, ਪਰ ਅਸੀਂ ਖਾ ਰਹੇ ਹਾਂ, ਅਸੀਂ ਦਬਾ ਕੇ ਖਾ ਰਹੇ ਹਾਂ, ਅਸੀਂ ਉਹਦੇ ਤੇ ਡਿਪੈਂਡ ਆ, ਅਸੀਂ ਘਰ ਦੇ ਖਾਣੇ ਤੇ ਜਾਂ ਸਬਜ਼ੀਆਂ ਤੇ ਦਾਲਾਂ ਤੇ। ਮੈਨੂੰ ਲੱਗਦਾ ਫਿਰ ਹਲੇ ਵੀ ਜੇ ਉਹ ਔਰਤ ਦਾ ਬਚਣਾ, ਉਹਦੀ ਬ੍ਰੈਸਟ ਰਿਮੂਵ ਹੋਈ ਸੀ, ਉਹਦਾ ਅੱਜ ਤੱਕ ਜਿਉਂਦੇ ਰਹਿਣ ਦਾ ਕਾਰਨ ਇਹੀ ਸੀ ਕਿ ਅਸੀਂ ਪਿੰਡਾਂ ਦੇ ਲੋਕ ਤਾਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ, ਸਖਤ ਮਿਹਨਤਾਂ ਕਰਦੇ ਹਾਂ, ਔਰ ਉਹੀ ਖੇਤਾਂ ਦੇ ਵਿੱਚ ਉੱਗੀਆਂ ਹਰੀਆਂ ਸਬਜ਼ੀਆਂ ਅਸੀਂ ਖਾਂਦੇ ਹਾਂ, तो बाहरों कितों असी पेस्टिसाइड्स नहीं यूज करते, तो यही कारण सी उन्हां दे इन्ने मतलब उमर लमेरी दा कारण मैं तां हुण तुहाडीआं गल्लां तो मनदी हां कि उसका कारण जिउण दा यही सी, नहीं तो फिर अज दियां जो अज दी वुमेन्स नूं झल्लना पै रिहा कि उन्हां दी बॉडी चों अंग भी रिमूव हो रहा, पर फिर भी सिस्टम है जिहड़ा दस रहा कि तुहाडे बॉडी दे विच कैंसर हले भी जिउंदा हैगा। मैं एक सिंपल जी एग्जांपल आपां लैंदे हां जी ਤੁਸੀਂ ਨਾਮ ਸੁਣਿਆ ਹੋਣਾ ਰਾਜੀਵ ਦੀਕਸ਼ਿਤ ਜੀ ਦਾ, ਬੜੇ ਵੱਡੇ ਉਹ ਲੀਡਰ ਸੀਗੇ ਔਰ ਬਹੁਤ ਆਯੁਰਵੇਦ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਜੀ। ਉਹ ਕਹਿੰਦੇ ਨੇ ਕਿ ਜਿਹੜੀ ਦਾਲ ਜਾਂ ਸਬਜ਼ੀ ਅਸੀਂ ਤੌੜੀ 'ਚ ਰਹਿੰਦੇ ਆ, ਹਾਂਜੀ ਮਿੱਟੀ ਦੇ ਭਾਂਡੇ 'ਚ ਰਹਿੰਦੇ ਆ, ਉਹਦੇ ਵਿੱਚ ਜਿਹੜੇ ਪੌਸ਼ਕ ਤੱਤ ਨੇ ਉਹ 70-75% ਤੱਕ ਰਹਿ ਜਾਂਦੇ ਨੇ, ਮੌਜੂਦ ਹੁੰਦੇ ਨੇ ਜੀ। ਤੇ ਜਿਹੜੀ ਕੁੱਕਰ 'ਚ ਬਣਾਉਂਦੇ ਆ ਅਸੀਂ ਉਹਦੇ 'ਚ ਉਹ 2-4% ਵੀ ਨਹੀਂ ਬਚਦੀ। ਹੁਣ
ਅਸੀਂ ਇਹ ਦੇਖ ਲਈਏ ਵੀ ਅਸੀਂ ਦਾਲਾਂ ਸਬਜ਼ੀਆਂ ਤਾਂ ਲੱਭ ਕੇ ਲਿਆਉਣੇ ਵਧੀਆ ਅਸੀਂ ਕਈ ਵਾਰ ਇਹ ਸੋਚਦੇ ਨਹੀਂ ਵੀ ਆਰਗੈਨਿਕ ਖਾਣੀ ਹੈ ਸਬਜ਼ੀ ਅਸੀਂ ਜਾਂ ਦਾਲ ਆਰਗੈਨਿਕ ਮਹਿੰਗੇ ਭਾਅ 'ਚ ਮਿਲ ਜੇ ਭਾਵੇਂ ਲੇਕਿਨ ਜਦੋਂ ਤੁਸੀਂ ਉਸ ਆਰਗੈਨਿਕ ਦਾਲ ਜਾਂ ਸਬਜ਼ੀ ਨੂੰ ਕੁੱਕਰ 'ਚ ਪਾ ਕੇ ਉਹਦੀਆਂ ਸੀਟੀਆਂ ਮਰਵਾਤੀਆਂ ਤਾਂ ਉਹ ਜਸਟ ਵੇਸਟੇਜ ਹੈ, ਉਹਦਾ ਖਾਣ ਦਾ ਕੋਈ ਫਾਇਦਾ ਨਹੀਂ ਹੈ ਜੀ। ਤੁਸੀਂ ਦੇਖੋ ਦਾਲ ਪੁਰਾਣੇ ਸਮਿਆਂ 'ਚ ਤੌੜੀ 'ਚ ਪਾ ਕੇ ਚੁੱਲ੍ਹੇ ਤੇ ਰੱਖ ਕੇ ਦਾਲ ਰਿੱਝਦੀ ਰਹਿੰਦੀ ਸੀ ਹੌਲੀ ਹੌਲੀ ਮੱਠੀ ਅੱਗ ਤੇ ਤੇ ਉਹ ਸਵਾਦ ਵੀ ਬਣਦੀ ਸੀ। ਹਾਂਜੀ। ਔਰ ਉਹਦੇ 'ਚ ਸਿਹਤਮੰਦ ਜਿਹੜੇ ਪੌਸ਼ਟਿਕ ਤੱਤ ਹੈ ਉਹ ਵੀ ਮੌਜੂਦ ਹੁੰਦੇ। ਤਾਂ ਅਸਲ 'ਚ ਕੀ ਆ ਕਿ ਅਸੀਂ ਪਿਛਲੇ 50 ਸਾਲਾਂ ਦੇ ਵਿੱਚ 50 ਤੋਂ 25-30 ਸਾਲਾਂ 'ਚ ਆਪਣੇ ਖਾਣੇ ਨੂੰ ਇੰਨੀ ਬੁਰੀ ਤਰ੍ਹਾਂ ਬਰਬਾਦ ਕੀਤਾ ਹੈ ਜੀ। ਅਸੀਂ ਆਪਣੇ ਖਾਣ ਦੇ ਤਰੀਕੇ ਨੂੰ ਤੇ ਖਾਣੇ ਨੂੰ ਜੀ ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ। ਤੁਸੀਂ ਇੱਕ ਚੀਜ਼ ਦੀ ਕਲਪਨਾ ਕਰਕੇ ਦੇਖੋ ਜੀ, ਅਸੀਂ ਜਦੋਂ ਸਾਡੇ ਘਰ ਕੋਈ ਫੰਕਸ਼ਨ ਹੁੰਦਾ ਮੰਨ ਲਓ ਵਿਆਹ ਹੈ ਜੀ ਬਰਾਤ ਆਈ ਸਾਡੇ ਘਰ ਤੇ ਉਸ ਵੇਲੇ ਉਹ ਬਰਾਤ ਸਾਡੇ ਲਈ ਸਭ ਤੋਂ ਇੰਪੋਰਟੈਂਟ ਹੁੰਦੀ ਹੈ। ਉਹ ਰਿਸ਼ਤੇਦਾਰ ਜਿਹੜੇ ਸਾਡੀ ਬੇਟੀ ਨੂੰ ਵਿਆਹਣ ਆਏ ਨੇ ਉਹ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਅਸੀਂ ਆਉਂਦਿਆਂ ਦੇ ਸਰਵ ਕਰਦੇ ਹਾਂ ਕੋਲਡ ਡਰਿੰਕ ਜੀ। ਤੇ ਕੋਲਡ ਡਰਿੰਕ ਜਿਹੜਾ ਉਹਦਾ ਪੀਐਚ ਜਿਹੜਾ ਹੁੰਦਾ ਹੈ ਉਹ ਹੁੰਦਾ 2 ਦੇ 2.5। ਜਿਹੜਾ ਪਾਣੀ ਅਸੀਂ ਬੈਟਰੀ ਤੇ ਪੰਜਾਬ ਦੀ ਜੋ ਪਾਉਣੇ ਨਾ ਇਨਵਰਟਰ ਦੀ ਬੈਟਰੀ, ਹਾਂਜੀ, ਜਿੰਨਾ ਖਤਰਨਾਕ ਉਹ ਪਾਣੀ ਹੋ ਸਕਦਾ ਉਨਾ ਖਤਰਨਾਕ ਉਹ ਕੋਲਡ ਡਰਿੰਕ ਹੈ। ਤੇ ਜੋ ਅਸੀਂ ਰੂਟੀਨ 'ਚ ਪੀਂਦੇ ਆ ਅੱਜ ਕੱਲ ਦੇ ਲੋਕਾਂ ਨੂੰ ਵੇਖੋ ਉਹਨਾਂ ਦਾ ਕੰਟੀਨਿਊਅਸ ਸਫ਼ਰ 'ਚ ਜਾਂਦੇ ਆ, ਜਿੰਨਾ ਲੰਬਾ ਸਫ਼ਰ ਹੈ ਉਹਨੇ ਉਹਨਾਂ ਦੇ ਕੋਲਡ ਡਰਿੰਕ ਨਾਲ ਹੁੰਦੇ ਜੀ। ਤੇ ਅਸੀਂ ਆਪਣੇ ਉਹ ਲੋਕ